ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੋਖੇ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਓਹ ਧੋਏ। ਭਰੀਐ ਹੱਥ ਪੈਰ ਤਨ ਦੇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਚੱਲ ਰਹੀ ਲੜੀਵਾਰ ਕਥਾ ਪਾਵਨ ਪਵਿੱਤਰ ਉਪਦੇਸ਼ 19 ਪੌੜੀਆਂ ਹੁਣ ਤੱਕ ਸ਼ਰਵਣ ਕਰ ਚੁੱਕੇ ਹਾਂ। ਸੋ ਮਹਾਰਾਜ 20ਵੀਂ ਪੌੜੀ ਦੇ ਵਿੱਚ ਪਾਵਨ ਬਖਸ਼ਿਸ਼ ਕਰ ਰਹੇ ਹਨ। ਸੋ ਸਿੱਧਾਂ ਨੇ ਜੋ ਬੇਨਤੀ ਕੀਤੀ ਹੈ ਕਿ ਮਹਾਰਾਜ ਆਪ ਨੇ ਬਚਨ ਕੀਤਾ ਹੈ ਕਿ ਸਿਮਰਨ ਤੋਂ ਬਿਨਾਂ ਨਿਜ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸੋ ਆਪਣਾ ਜਿਹੜਾ ਨਿਜ ਸਰੂਪ ਹੈ, ਅੰਦਰ ਅਸਲ ਸਰੂਪ ਹੈ, ਤੇ ਨਾਮ ਸਿਮਰਨ ਸ਼ੁੱਧ ਬੁੱਧੀ ਤੋਂ ਬਿਨਾਂ ਹੋ ਨਹੀਂ ਸਕਦਾ। ਇਸ ਲਈ ਆਪ ਇਹ ਦੱਸੋ, ਇਹ ਹੁਣ ਪਾਪਾਂ ਨਾਲ ਭਰੀ ਹੋਈ ਬੁੱਧੀ ਹੈ, ਇਹਨੂੰ ਸ਼ੁੱਧ ਕਿਵੇਂ ਕਰ ਸਕਦੇ ਹਾਂ? ਅਤੇ ਫਿਰ ਬੁੱਧੀ ਸ਼ੁੱਧ ਹੋਵੇ, ਫਿਰ ਮਨ ਜੁੜੇ, ਫਿਰ ਇਕਾਗਰਤਾ ਹੋਵੇ, ਫਿਰ ਆਪਣੇ ਨਿਜ ਸਰੂਪ ਦੀ ਅੰਦਰੋਂ ਪ੍ਰਾਪਤੀ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਰੀਐ ਹੱਥ ਪੈਰ ਤਨ ਦੇਹ। ਪਹਿਲਾਂ ਹੁਣ ਸਤਿਗੁਰੂ ਸਥੂਲ ਸਰੀਰ ਦੀ ਦੱਸਦੇ ਨੇ ਕਿਰਿਆ ਜਿਵੇਂ ਹੁੰਦੀ ਹੈ। ਇਹਦੇ 'ਚ ਪਹਿਲਾਂ ਪਾਠ ਦੀ ਸ਼ੁੱਧੀ ਹੈ। ਭਰੀਏ ਈੜੀ ਨੂੰ ਲਾਂ ਲੱਗ ਕੇ ਭਰੀਏ ਬਣਦਾ, ਇੱਥੇ ਐੜੇ ਨੂੰ ਦਲਾਈਆਂ ਲੱਗਣ ਕਰਕੇ ਬਣਿਆ ਭਰੀਆ। ਮਹਾਰਾਜ ਕਹਿਣ ਲੱਗੇ, ਭਾਈ ਜਿਵੇਂ ਹੱਥਾਂ ਪੈਰਾਂ ਦੇ ਤਨ ਤੋਂ ਭਾਵ ਨਾਲ ਜਿਹੜਾ ਨਾ ਦੇਹ ਜਿਹੜੀ ਹੈ, ਸਰੀਰ ਸਾਰਾ ਹੱਥਾਂ ਪੈਰਾਂ ਦੇ ਸਮੇਤ ਪੂਰਾ ਸਰੀਰ ਸਿਰ ਤੋਂ ਲੈ ਕੇ ਪੈਰਾਂ ਤੱਕ ਮਿੱਟੀ ਨਾਲ ਭਰ ਜਾਂਦਾ। ਫਿਰ ਆਪਾਂ ਕਿਵੇਂ ਕਰਦੇ ਹਾਂ? ਪਾਣੀ ਧੋਤਾ ਉਤਰੋ ਸੌਖੇ। ਇਹ ਜਿਹੜੀ ਦੇਹ ਸਰੀਰ ਹੈ ਨਾ, ਹੱਥਾਂ ਪੈਰਾਂ ਸਮੇਤ ਸਾਰਾ ਹੀ ਤਨ ਸਾਡਾ, ਤਨ ਹੁੰਦਾ ਸੁੱਚਾ ਹੀ। ਸੋ ਸਮੁੱਚਾ ਤਨ ਦੇਹੀ। ਇਸ ਤਰ੍ਹਾਂ ਦੇਹ ਤੋਂ ਭਾਵ ਜਿੰਨਾ ਧੜ ਦਾ ਹਿੱਸਾ ਹੈ, ਤਨ ਸਮੁੱਚਾ ਸਰੀਰ ਹੈ, ਇਹ ਵਿਸਥਾਰ ਪੂਰਵਕ ਮਿੱਟੀ ਨਾਲ ਭਰ ਜਾਵੇ ਤਾਂ ਪਾਣੀ ਨਾਲ ਧੋਤਿਆਂ ਜਿਹੜੀ ਮਿੱਟੀ ਹੈ ਬੰਦੇ ਦੀ, ਉਹ ਉਤਰ ਜਾਂਦੀ ਆ। ਪਾਣੀ 'ਚ ਬੰਦਾ ਇਸ਼ਨਾਨ ਕਰੇ। ਇਸੇ ਤਰ੍ਹਾਂ ਹੀ ਸਰੀਰ ਦੇ ਉੱਪਰ ਜਿਹੜੀ ਚੀਜ਼ ਪਾਉਂਦੇ ਆ ਸਥੂਲ ਸਰੀਰ ਤੇ, ਮੂਤ ਪਲੀਤੀ ਕੱਪੜ ਹੋਏ। ਹੁਣ ਜਿਵੇਂ ਕੋਈ ਕੱਪੜਾ ਹੈ, ਉਹ ਪਿਸ਼ਾਬ ਆਦਿਕ ਨਾਲ ਪਲੀਤੀ ਤੋਂ ਭਾਵ ਅਪਵਿੱਤਰ ਹੋ ਜਾਂਦਾ, ਗੰਦਾ ਹੋ ਜਾਂਦਾ। ਦੇ ਸਾਬੂਣ ਲਈਐ ਓਹ ਧੋਏ। ਸੋ ਬੱਬੇ ਨੂੰ ਦਲੈਂਕੜੇ ਹੋਣ ਕਰਕੇ ਸਾਬੂਣ ਪਾਠ ਕਰਨਾ। ਲਈਐ ਓਹ, ਊੜੇ ਦਾ ਮੂੰਹ ਖੁੱਲਾ, ਹਾਏ ਨੂੰ ਔਂਕੜ, ਧੋਏ। ਸਾਬਣ ਲਾ ਕਰਕੇ ਉਹਨੂੰ, ਉਹ ਕੱਪੜਾ ਜਿਹੜਾ ਅਪਵਿੱਤਰ ਹੋਇਆ ਮਲੀਨ ਕੱਪੜਾ ਹੈ, ਉਹ ਧੋ ਲਈਦਾ। ਹੱਥ ਪੈਰ ਦੇਹ ਮਿੱਟੀ ਅਤੇ ਕੱਪੜਾ, ਇਹ ਸਭ ਅਸਥੂਲ ਚੀਜ਼ਾਂ ਹਨ। ਪਿਸ਼ਾਬ ਆਦਿਕ ਦੀ ਕਿਰਿਆ, ਗੰਦਗੀ ਦੀ ਕਿਰਿਆ, ਇਹਨਾਂ ਦੀ ਨਿਵਰਤੀ ਵੀ ਪਾਣੀ ਅਤੇ ਸਾਬਣ ਆਦਿ ਜਿਹੜੀਆਂ ਸਾਰੀਆਂ ਸਥੂਲ ਚੀਜ਼ਾਂ ਨਾਲ ਕੀਤੀ ਜਾਂਦੀ ਹੈ। ਕਿਉਂਕਿ ਪਾਣੀ ਵੀ ਸਥੂਲ ਹੈ, ਸਾਬਣ ਵੀ ਸਥੂਲ ਹੈ, ਭਾਰਾ ਹੈ। ਸਥੂਲ ਚੀਜ਼ ਉਹ ਹੁੰਦੀ ਜਿਹਨੂੰ ਨਜ਼ਰ ਵੀ ਆਵੇ, ਹੱਥ ਵੀ ਲੱਗ ਜਾਵੇ, ਪਰ ਸੂਖਮ ਉਹਨੂੰ ਕਹਿੰਦੇ ਜਿਹੜੀ ਨਜ਼ਰ ਹੀ ਨਹੀਂ ਆਉਂਦੀ। ਹੁਣ ਜੇ ਸੂਖਮ ਚੀਜ਼ ਨੂੰ ਆਪਾਂ ਚਾਹੀਏ ਸਾਬਣ ਨਾਲ, ਪਾਣੀ ਨਾਲ ਧੋਣਾ, ਉਹ ਨਹੀਂ ਹੋ ਸਕਦਾ। ਸਥੂਲ ਚੀਜ਼ਾਂ ਨੂੰ ਸਥੂਲ ਨਾਲ ਧੋ ਲਓ। ਹੁਣ ਇਸੇ ਤਰ੍ਹਾਂ ਹੀ ਭਰੀਐ ਮਤ ਪਾਪਾਂ ਕੈ ਸੰਗ ਹੈ। ਜੇ ਕਿਸੇ ਆਦਮੀ ਦੀ ਬੁੱਧੀ ਪਾਪਾਂ ਨਾਲ ਭਰ ਜਾਵੇ, ਬਹੁਤ ਜ਼ਿਆਦਾ ਮੈਲੀ ਬੁੱਧੀ, ਉਹ ਧੋਣੀ ਚਾਹੁੰਦਾ, ਉਹਦੇ ਅੰਦਰ ਇਹ ਸੋਝੀ ਹੋ ਗਈ ਵੀ ਮੈਂ ਹੁਣ ਆਪਣੀ ਜਿਹੜੀ ਬੁੱਧੀ ਹੈ ਇਹਨੂੰ ਮੈਲ ਤੋਂ ਰਹਿਤ ਕਰ ਲਵਾਂ।
ਸੋ ਇਸ ਤਰ੍ਹਾਂ ਫਿਰ ਮਹਾਰਾਜ ਕਹਿੰਦੇ ਬੇਨਤੀਆਂ ਅਤੇ ਨਾਮ ਜਪ ਕੇ, ਨਾਮ ਨੂੰ ਕੰਨਾਂ ਨਾਲ ਸੁਣ ਕੇ, ਉਹ ਧੋਪੈ ਨਾਵੈ ਕੈ ਰੰਗ। ਉਹ ਜਿਹੜੀ ਹੈ ਨਾ ਮੱਤ ਪਾਪਾਂ ਨਾਲ ਭਰ ਚੁੱਕੀ ਹੋਈ, ਉਹ ਨਾਮ ਦੇ ਨਾਲ ਰੰਗ ਤੋਂ ਭਾਵ ਪ੍ਰੇਮ ਕਰੇ ਜੀ। ਨਾਮ ਦਾ ਜਦੋਂ ਰੰਗ ਪ੍ਰੇਮ ਚੜ੍ਹ ਜਾਵੇ ਮਨ ਨੂੰ, ਉਦੋਂ ਬੁੱਧੀ ਸੂਖਮ ਹੈ, ਕਿਉਂਕਿ ਇਸ ਕਰਕੇ ਨਾਮ ਵੀ ਜਿਹੜਾ ਸੂਖਮ ਹੈ, ਇਸ ਕਰਕੇ ਸੂਖਮ ਵਸਤੂ ਜੋ ਨਾਮ ਹੈ ਉਹਦੇ ਨਾਲ ਜਿਹੜੀ ਬੁੱਧੀ ਵੀ ਸਾਡੀ ਸਾਫ਼ ਹੋ ਜਾਂਦੀ ਹੈ। ਮਹਾਰਾਜ ਜੀ ਕਹਿੰਦੇ ਨੇ ਕਿਉਂਕਿ ਜਿਹੜੀ ਮੈਲ ਹੈ ਕੱਪੜੇ ਨੂੰ ਲੱਗੀ ਹੋਈ, ਜਿਉਂ ਸਾਬਨ ਕਾਪਰ ਉਜਲ ਹੋਤ, ਨਾਮ ਜਪਤ ਸਭ ਭ੍ਰਮ ਭਉ ਖੋਤ, ਅਥਵਾ ਕਹਿੰਦੇ ਲਾਗੀ ਮੈਲ ਮਿਟੈ ਸੱਚ ਨਾਏ, ਗੁਰ ਪ੍ਰਸਾਦ ਰਹਿ ਲਿਵ ਲਾਏ। ਇਸ ਤਰ੍ਹਾਂ ਨਾਮ ਦਾ ਜਦੋਂ ਰੰਗ ਪ੍ਰੇਮ ਲੱਗ ਜਾਂਦਾ ਹੈ, ਨਾਮ ਦੇ ਵਿੱਚ ਇਹ ਤਾਕਤ ਹੈ ਜਿਵੇਂ ਸਾਬਣ ਵਿੱਚ ਮੈਲ ਲਾਉਣ ਦੀ ਸਮਰੱਥਾ ਹੈ ਕੱਪੜੇ ਦੀ, ਸਰੀਰ ਦੀ, ਇਸੇ ਤਰ੍ਹਾਂ ਨਾਮ ਦੇ ਵਿੱਚ ਸਮਰੱਥਾ ਹੈ ਬੁੱਧੀ ਦੇ ਅੰਦਰ ਲੱਗੀ ਹੋਈ ਮੈਲ ਨੂੰ ਲਾਉਣ ਦੀ। ਮਨ ਸ਼ੁੱਧ ਕਰ ਦਿੰਦਾ ਨਾਮ, ਬਿਲਕੁਲ ਸਾਫ਼ ਸੁਥਰਾ, ਫਿਲਟਰ ਜਿਵੇਂ ਕਰਦੇ ਪਾਣੀ। ਕਿੰਨਾ ਹੀ ਪਾਣੀ ਖਰਾਬ ਹੁੰਦਾ ਹੈ, ਉਹਨੂੰ 7-7 ਵਾਰੀ 10-10 ਵਾਰੀ ਫਿਲਟਰ ਕਰਕੇ ਬਿਲਕੁਲ ਸਾਫ਼ ਕੀਟਾਣੂ ਰਹਿਤ ਹੋ ਜਾਂਦਾ। ਇਸੇ ਤਰ੍ਹਾਂ ਹੀ ਨਾਮ ਦਾ ਪ੍ਰਭਾਵ ਸਰੀਰ ਦੇ ਉੱਤੇ, ਗੁਰਬਾਣੀ ਦਾ ਪ੍ਰਭਾਵ ਪ੍ਰੇਮ ਬਣਨੇ ਕਰਕੇ ਅੰਦਰੋਂ ਆਪਣੇ ਆਪ ਹੀ ਸ਼ੁੱਧ ਹੁੰਦਾ ਤੁਰਿਆ ਜਾਂਦਾ ਮਨ, ਔਰ ਆਪਣੇ ਆਪ ਨੂੰ ਪਤਾ ਵੀ ਲੱਗਦਾ ਕਿ ਮੇਰਾ ਮਨ ਹੁਣ ਸ਼ੁੱਧ ਹੋ ਗਿਆ। ਸ਼ੁੱਧ ਮਨ ਹਲਕਾ ਹੁੰਦਾ ਹੈ, ਸ਼ਾਂਤਮਈ ਹੁੰਦਾ ਹੈ, ਤੜਫਦਾ ਨਹੀਂ ਹੈ, ਸੰਤਾਪ ਵਿੱਚ ਨਹੀਂ ਆਉਂਦਾ, ਧੀਰਜ ਵਾਲਾ ਹੋ ਜਾਂਦਾ ਹੈ, ਜਸ ਵਾਲਾ ਹੋ ਜਾਂਦਾ ਹੈ। ਸ਼ੁੱਧ ਮਨ ਦੇ ਅੰਦਰ ਟਿਕਾਓ ਜਿਹਾ ਬਣ ਜਾਂਦਾ ਹੈ, ਸਹਿਜ ਅਵਸਥਾ ਆ ਜਾਂਦੀ ਹੈ। ਅਤੇ ਜਿਹੜੇ ਮਨ ਮੈਲੇ ਹੁੰਦੇ ਨੇ ਉਹਨਾਂ ਬਾਰੇ ਕਹਿੰਦੇ ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਹੁਣ ਮਹਾਰਾਜ ਕਹਿੰਦੇ ਨੇ ਮੈਲ ਨਾਮ ਦੇ ਨਾਲ ਉਤਰਦੀ ਸੂਖਮ ਮੈਲ ਹੈ। ਕਹਿਣ ਲੱਗੇ ਜੀ ਜੋ ਕਈ ਬੰਦੇ ਐਸੇ ਨੇ ਪਾਪੀ, ਪਰਮਾਤਮਾ ਦੇ ਨਾਮ ਨੂੰ ਆਖ ਕੇ ਪੁੰਨੀ ਹੋ ਗਏ ਨੇ, ਉਹ ਕਿੰਨੇ ਕਨੇ ਸੰਸਾਰ ਦੇ ਅੰਦਰ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਤਾਂ ਕੋਈ ਮਤਲਬ ਗਿਣਤੀ ਵਾਲਾ ਕੰਮ ਨਹੀਂ ਨਾ ਹੈ। ਪੁੰਨੀ ਪਾਪੀ ਆਖਣੋਂ ਨਾ ਹੀ, ਕਿਉਂਕਿ ਜੋ ਪਾਪੀ ਹੈ ਨਾ ਹੀ ਤੋਂ ਭਾਵ ਪਤੀ ਪਰਮਾਤਮਾ ਦੇ ਨਾਮ ਨੂੰ ਆਖ ਕੇ ਪੁੰਨੀ ਹੋਏ ਨੇ, ਉਹ ਇੰਨੇ ਜ਼ਿਆਦਾ ਹੋਏ ਨੇ ਕਿਸੇ ਪਾਸੋਂ ਕਹੇ ਹੀ ਨਹੀਂ ਜਾਂਦੇ। ਆਖਣ ਨਾ ਹੀ ਤੋਂ ਭਾਵ ਆਖੇ ਹੀ ਨਹੀਂ ਜਾ ਸਕਦੇ। ਸੋ ਇਸ ਤਰ੍ਹਾਂ ਸੰਸਾਰ ਦੇ ਅੰਦਰ ਪਾਪੀ ਪੁੰਨੀ ਕਿੰਨੇ ਕੁ ਨੇ, ਸੰਸਾਰ ਵਿੱਚ ਪੁੰਨੀ ਕਿੰਨੇ ਨੇ, ਪਾਪੀ ਕਿੰਨੇ ਕੁ ਨੇ, ਇਹ ਗਿਣਤੀ ਵੀ ਕਿਸੇ ਪਾਸੋਂ ਨਹੀਂ ਕਹੀ ਜਾ ਸਕਦੀ। ਪਾਪੀ ਬੰਦੇ ਤਾਂ ਮਹਾਰਾਜ ਨਾਮ ਨੂੰ ਨਹੀਂ ਕਹਿੰਦੇ ਹੋਣੇ, ਪੁੰਨੀਆਂ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ। ਮਹਾਰਾਜ ਕਹਿੰਦੇ ਨਾਮ ਨੂੰ ਤਾਂ ਉਹ ਤਾਂ ਕਹਿੰਦੇ ਹੀ ਕਹਿੰਦੇ ਆ, ਪਰ ਪਾਪੀ ਜਿਹੜੇ ਉਹ ਵੀ ਸਾਰੇ ਪਤੀ ਪਰਮੇਸ਼ਰ ਦੇ ਨਾਮਾਂ ਨੂੰ ਹੀ ਕਹਿੰਦੇ ਨੇ, ਲੈਂਦੇ ਤਾਂ ਰੱਬ ਦਾ ਨਾਂ ਹੀ ਨੇ, ਪਰ ਉਹਨਾਂ ਦੇ ਮਕਸਦ ਦਾ ਫਰਕ ਹੁੰਦਾ ਹੈ। ਕਈ ਲੋਕ ਇੰਨੀ ਅਕਲ ਵਾਲੇ ਨਹੀਂ ਹੁੰਦੇ ਕਿ ਅਸੀਂ ਇਹ ਕੰਮ ਤੋਂ ਪਹਿਲਾਂ ਨਾਮ ਨਹੀਂ ਲੈਣਾ। ਉਹਨਾਂ ਨੂੰ ਹੁੰਦਾ ਚਲੋ ਜੀ ਸਾਡਾ ਤਾਂ ਕੰਮ ਹੀ ਹੈ, ਭਾਵੇਂ ਉਹ ਕੰਮ ਕਈ ਲੋਕ ਐਸਾ ਮਾੜਾ ਵੀ ਕਰਦੇ ਨੇ ਜੋ ਧਾਰਮਿਕ ਤੌਰ ਤੇ ਸਹੀ ਨਹੀਂ, ਪਰ ਉਹ ਵੀ ਕੰਮ ਕਰਨ ਤੋਂ ਪਹਿਲਾਂ ਛੋਟੀ ਅਰਦਾਸ ਕਰਨਗੇ, ਵਾਹਿਗੁਰੂ ਕਹਿਣਗੇ। ਉਹਨਾਂ ਨੂੰ ਸਮਝਾਉਣਾ ਪੈਂਦਾ ਕਿ ਇਹ ਧਾਰਮਿਕ ਕੰਮ ਕਰਦਿਆਂ ਹੋਇਆਂ ਧਾਰਮਿਕ ਕਿਰਿਆ ਠੀਕ ਰਹਿੰਦੀ ਹੈ, ਪਰ ਪਾਪੀ ਕਰਮ ਕਰਨ ਲੱਗਿਆਂ ਨਾਮ ਲੈਂਦੇ ਨੇ, ਪਰ ਉਹਦੇ ਵਿੱਚ ਸੁਕਿਰਤ ਨਹੀਂ ਹੁੰਦੀ, ਧਰਮ ਵਾਲਾ ਕਰਮ ਨਹੀਂ ਹੁੰਦਾ ਉਹ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਲ ਵਿੱਚ ਜਿਹੜੇ ਨਾਮ ਜਪਣ ਵਾਲੇ ਨੇ ਨਾ, ਉਹ ਪੁੰਨੀ ਪਾਪੀ ਨਹੀਂ ਕਹੇ ਜਾਂਦੇ। ਕਿਉਂ? ਬੰਦੇ ਜਿਹੜੇ ਪੁੰਨ ਕਰਮ ਕਰਦੇ ਨੇ ਉਹ ਵੱਖਰੇ ਹੈ, ਪਾਪੀ ਵੱਖਰੇ ਹੈ। ਪੁੰਨ ਪਾਪ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਹੀ। ਹੁਣ ਪੁੰਨੀ ਅਤੇ ਪਾਪੀ ਇਨਸਾਨ ਦੁਨੀਆ ਦੇ ਅੰਦਰ ਆਹ ਕਰ ਲੋ ਪੁੰਨ ਲੱਗਦਾ, ਆਹ ਕੰਮ ਕਰ ਲੋ ਇੰਨਾ ਪੁੰਨ ਲੱਗਦਾ, ਇਹ ਕੰਮ ਦਾ ਪਾਪ ਲੱਗਦਾ। ਪਰ ਜਿਹੜੇ ਰੱਬ ਦਾ ਨਾਮ ਜਪਣ ਵਾਲੇ ਨੇ ਉਹ ਪੁੰਨ ਜਾਂ ਪਾਪ ਦੇ ਵਾਲੇ ਪਾਸੇ ਨਹੀਂ ਜਾਂਦੇ, ਪਾਪ ਤਾਂ ਉਹ ਕਰਦੇ ਹੀ ਨਹੀਂ। ਜਦੋਂ ਕੋਈ ਚੀਜ਼ ਦਾਨ ਕਰਦੇ ਨੇ ਉਦੋਂ ਇਹ ਕਹਿੰਦੇ ਨੇ ਕਿ ਵਾਹਿਗੁਰੂ ਦਾ ਦਿੱਤਾ ਅਸੀਂ ਵੰਡ ਕੇ ਛਕਦੇ ਹਾਂ। ਉਹ ਇਸ ਤਰ੍ਹਾਂ ਪੁੰਨ ਦੀ ਇੱਛਾ ਹੀ ਨਹੀਂ ਕਰਦੇ।
क्योंकि महाराज कहते ने कई कोटक जग फला सुन गावन हारे राम। गुरबाणी पढ़न नाल ही उन्हां नूं इन्ना पुन्न लग जांदा है, कई करोड़ां जग्गां दा फल है बाणी पढ़न नाल। ਅਤੇ फिर वो निकी निकी चीज़ का दान पुण्य क्यों करनगे, वो तो वंड के छकण वाले कारज नूं करदे ने। सो ਜਿਹੜੇ ਪੁੰਨੀ ਪੁਰਸ਼ ਨੇ ਉਹ ਪਤੀ ਪਰਮੇਸ਼ਰ ਦੇ ਨਾਮ ਨੂੰ ਨਹੀਂ ਆਖਦੇ, ਉਹ ਕਿਤਨੇ ਹੀ ਪਾਪੀ ਹੋਏ ਨੇ, ਉਹ ਵੀ ਕਿਸੇ ਪਾਸੋਂ ਆਖੇ ਨਹੀਂ ਜਾ ਸਕਦੇ। ਸੋ ਇਸ ਕਰਕੇ ਪਰਮਾਤਮਾ ਦੇ ਭਾਵ ਨਾਮ ਨੂੰ ਨਹੀਂ ਕਹਿਣ ਵਾਲੇ ਜਿਹੜੇ ਬੰਦੇ, ਉਹਨਾਂ ਦੀ ਕੋਈ ਗਿਣਤੀ ਨਹੀਂ ਤੇ ਪੁੰਨੀਆਂ ਦੀ ਕੋਈ ਗਿਣਤੀ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਾਂ ਜੀਵ ਹੈ, ਜੀਵ ਆਪਣੇ ਕਰਮਾਂ ਨੂੰ ਕਰਕੇ ਲਿਜਾਂਦੇ ਨੇ। ਕੋਈ ਪੁੰਨ ਕਰਦੇ ਨੇ, ਕੋਈ ਪਾਪ ਕਰਦੇ ਨੇ, ਕੋਈ ਹੱਥੀਂ ਕਰਦੇ ਨੇ ਸੇਵਾ, ਕੋਈ ਮਨ ਕਰਕੇ ਕਰਦੇ ਨੇ। ਕਰ ਕਰ ਕਰਨਾ ਲਿਖ ਲੈ ਜਾਹੋ। ਹੁਣ ਇਹ ਬੋਲਣ ਵਿੱਚ ਇਸ ਤਰ੍ਹਾਂ ਹੈ ਕਿ ਕਰ 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 ਕਰਨਾ। ਸੋ ਕੀ ਕਹਿੰਦੇ, ਕਰ ਕਰ ਕਰਨਾ ਲਿਖ ਲੈ ਜਾਓ। ਕਰ ਹੱਥ ਦੇ ਨਾਲ ਜਿਹੜਾ ਕਰਨਾ ਨਾ, ਕਰਤੱਵ, ਕਰਨਾ ਤੋਂ ਭਾਵ ਹੁੰਦਾ ਕਰਤੱਵ, ਕਰ ਕਰਨਾ। ਹੱਥਾਂ ਦੇ ਨਾਲ ਜਿਹੜਾ ਕਰਤੱਵ ਕਰਨਾ ਨਾ, ਉਹ ਸਭ ਇਹਦੇ ਕੀਤੇ ਹੋਏ ਕਰਮਾਂ ਨੂੰ ਕੌਣ ਜਾਂਦੇ ਲੈ ਕੇ, ਲਿਖ ਲੈ ਜਾਓ। ਲਿਖਣ ਵਾਲੇ ਕੌਣ ਨੇ, ਚਿੱਤਰ ਤੇ ਗੁਪਤ, ਉਹ ਲਿਖ ਕੇ ਲੈ ਜਾਂਦੇ ਨੇ। ਅਥਵਾ ਇਨਸਾਨ ਜਦੋਂ ਕਰ ਤੋਂ ਭਾਵ ਆਪਣੇ ਹੱਥਾਂ ਨਾਲ, ਕਾਰ ਤੋਂ ਭਾਵ ਅਗਲਾ ਕਰਤੱਵ ਜਿਹੜਾ ਕਰਦਾ ਹੈ। ਕਰਨਾ ਦਾ ਅਰਥ ਹੁੰਦਾ ਕਰਤੱਵ। ਇੱਕ ਕਰ ਦਾ ਮਤਲਬ ਹੈ ਕਰਨਾ, ਇੱਕ ਕਰ ਦਾ ਮਤਲਬ ਹੱਥ। ਹੱਥਾਂ ਨਾਲ ਜਿਹੜਾ ਕਰਤੱਵ ਕਰਦਾ ਜੀਵ, ਕੋਈ ਦਾਨ ਕਰਦਾ, ਕੋਈ ਪੁੰਨ ਕਰਦਾ, ਕੋਈ ਪਾਪ ਕਰਦਾ, ਜਿਹੇ ਜਿਹੇ ਵੀ ਕਰਮ ਕਰਦਾ ਹੈ, ਉਹ ਸਾਰੇ ਜੀਵ ਦੇ ਨਾਲ ਹੀ ਲਿਖੇ ਤੁਰੇ ਜਾ ਰਹੇ ਨੇ। ਲਿਖ ਕੇ ਆਪਣੇ ਨਾਲ ਹੀ ਲੈ ਜਾਂਦਾ। ਚੰਗਾ ਮੰਦਾ ਹਰੇਕ ਚੀਜ਼ ਜੀਵ ਆਪਣੇ ਨਾਲ, ਮਹਾਰਾਜ ਕਹਿੰਦੇ, ਲਿਖ ਕੇ ਲੈ ਜਾਂਦਾ ਪਰਲੋਕ ਦੇ ਵਿੱਚ। ਸੋ ਇਸ ਤਰ੍ਹਾਂ ਜਿਵ ਆਇਆ ਤਿਵ ਜਾਏ ਸੀ, ਕੀਆ ਲਿਖ ਲੈ ਜਾਏ। ਮਹਾਰਾਜ ਕਹਿੰਦੇ ਕੀਤਾ ਹੋਇਆ ਲਿਖ ਕੇ ਲੈ ਜਾਂਦਾ। ਜਿਵੇਂ ਇਸ ਲੋਕ ਵਿੱਚ ਕੋਈ ਭੈੜਾ ਕਰਮ ਕਰੇ ਤਾਂ ਉਹਦੀ ਜਗ੍ਹਾ ਦੂਜਾ ਆਦਮੀ ਉਹਦੇ ਫਲ ਨੂੰ ਭੋਗ ਲੈਂਦਾ, ਤਿਵੇਂ ਪਰਲੋਕ 'ਚ ਭੋਗਿਆ ਜਾਂਦਾ ਹੋਣਾ। ਬਈ ਜਿਵੇਂ ਇੱਥੇ ਕਿਸੇ ਬੰਦੇ ਨੇ ਗਲਤੀ ਕਰਤੀ, ਫਸਾ ਕਿਸੇ ਨੂੰ ਹੋਰ ਦਿੱਤਾ, ਪਰਲੋਕ ਵਿੱਚ ਵੀ ਇਸ ਤਰ੍ਹਾਂ ਕਈ ਸ਼ਰਾਰਤ ਕਰ ਜਾਂਦੇ ਹੋਣੇ ਆ। ਮਹਾਰਾਜ ਕਹਿੰਦੇ ਨਹੀਂ, ਇਹ ਇੱਥੇ ਹੀ ਚੱਲਦਾ, ਉੱਥੇ ਕੋਈ ਚਲਾਕੀ ਨਹੀਂ ਚੱਲਦੀ। ਉੱਥੇ ਤਾਂ ਜਿਹਨੇ ਬੀਜਣਾ ਉਹਨੇ ਹੀ ਖਾਣਾ। ਆਪੇ ਬੀਜ ਆਪੇ ਹੀ ਖਾਓ। ਇਹ ਜੀਵ ਜਿਵੇਂ ਕਰਮ ਕਰਦਾ ਨਾ, ਬੀਜ ਬੀਜਦਾ, ਉਵੇਂ ਹੀ ਫਲ ਨੂੰ ਖਾਓ ਤੋਂ ਭਾਵ ਖਾਂਦਾ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਇਸ ਕਰਕੇ ਨਾਲੇ ਕਲਯੁਗ ਦੀ ਤਾਂ ਰੀਤੀ ਹੋਈ ਹੈ, ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਐ ਕਿਸੇ ਥਾਂ। ਜਿਸ ਹੱਥ ਨਾਲ ਕਰਦਾ ਉਹ ਹੱਥ ਨੂੰ ਹੀ ਸਜ਼ਾ ਮਿਲਦੀ। ਕਲਯੁਗ ਦੇ ਵਿੱਚ ਜੇ ਕੋਈ ਸੱਜੇ ਹੱਥ ਨਾਲ ਮਾੜਾ ਕੰਮ ਕਰਦਾ, ਖੱਬੇ ਨੂੰ ਸਜ਼ਾ ਨਹੀਂ ਮਿਲਦੀ, ਸੱਜੇ ਨੂੰ ਹੀ ਮਿਲਦੀ ਹੈ। ਇਸ ਕਰਕੇ ਇਹ ਜਿਤਨਾ ਵੀ ਕਰਮ ਕਰਦਾ ਜੀਵ, ਉਹ ਸਾਰਾ ਕੁਝ ਹੀ ਖਾਂਦਾ ਹੈ। ਵੇਦ ਪੁਕਾਰੇ ਪੁੰਨ ਪਾਪ, ਸੁਰਗ ਨਰਕ ਕਾ ਬੀਓ, ਜੋ ਬੀਜੈ ਸੋ ਗਵੈ, ਖਾਂਦਾ ਜਾਣੈ ਜੀਓ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਇਹ ਜਿਹੜਾ ਵੀ ਕਰਮ ਆਪਾਂ ਕਰਦੇ ਹਾਂ, ਆਪਣੇ ਆਪ ਹੀ ਬੀਜਣਾ, ਆਪੇ ਹੀ ਖਾਣਾ। ਇਸ ਕਰਕੇ ਸਮਝ ਲਓ ਕਿ ਆਪਾਂ ਚੰਗਾ ਬੀਜਣਾ, ਚੰਗਾ ਖਾਵਾਂਗੇ, ਮਾੜਾ ਬੀਜਾਂਗੇ, ਮਾੜਾ ਖਾਵਾਂਗੇ। ਨਾਨਕ ਹੁਕਮੀ ਆਵਹੁ ਜਾਓ। ਉਹ ਮਹਾਰਾਜ ਫਰਮਾਉਂਦੇ ਕਿ ਪੁੰਨਾਂ ਤੇ ਪਾਪਾਂ ਦਾ ਜਿਹੜਾ ਫਲ ਹੈ ਨਾ, ਭੋਗਣ ਵਾਸਤੇ ਇਹ ਜੀਵ ਜਿਹੜਾ ਪਰਮਾਤਮਾ ਦੇ ਹੁਕਮ ਨਾਲ ਨਰਕਾਂ ਸਵਰਗਾਂ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ। ਕਹਿਣ ਤੋਂ ਭਾਵ ਇਹ ਹੈ ਕਿ ਇਹ ਜੀਵ ਕਹਿੰਦੇ ਕਰਮ ਕਰਨ ਨੂੰ ਸੁਤੰਤਰ ਹੈ, ਪਰ ਫਲ ਭੋਗਣ ਨੂੰ ਪਤੰਤਰ ਹੈ, ਭਾਵ ਅਧੀਨ ਹੈ, ਆਜ਼ਾਦ ਨਹੀਂ ਹੈ। ਕਿਉਂਕਿ ਕਰਮਾਂ ਦਾ ਫਲ ਪਰਮੇਸ਼ਰ ਆਪਣੀ ਮਰਜ਼ੀ ਅਨੁਸਾਰ ਹੀ ਭੁਗਤਾਉਂਦੇ ਨੇ। ਕਿਸੇ ਕਿਸੇ ਕਰਮ ਦਾ ਉਹ ਫਲ ਤਾਂ ਉਸੇ ਵਕਤ ਮਿਲ ਜਾਂਦਾ, ਕਿਸੇ ਦਾ ਦੂਸਰੇ ਜਨਮ 'ਚ, ਕਿਸੇ ਦਾ ਤੀਸਰੇ, ਕਿਸੇ ਦਾ 100ਵੇਂ ਜਨਮ 'ਚ, ਕਈ ਵਾਰ ਹਜ਼ਾਰ ਜਨਮ ਲੰਘ ਜਾਂਦੇ ਨੇ। ਸੋ ਇਸ ਕਰਕੇ ਜਿਵੇਂ ਜੰਗਲ ਦੇ ਵਿੱਚ ਬੈਠਾ ਤਪ ਕਰ ਰਿਹਾ ਸੀ ਮਾਣਵ ਰਿਖੀ, ਇਹਦੇ ਕੋਲ ਇੱਕ ਚੋਰ ਸੁੱਚੇ ਮੋਤੀਆਂ ਦੀ ਮਾਲਾ ਰੱਖ ਕੇ ਚਲਿਆ ਗਿਆ। ਮਗਰੋਂ ਰਾਜੇ ਨੇ ਸਿਪਾਹੀਆਂ ਨੂੰ ਫੜ ਲਿਆ। ਸਿਪਾਹੀਆਂ ਨੇ ਆ ਕੇ ਫੜ ਲਿਆ, ਜਦੋਂ ਮਾਲਾ ਵੀ ਚੁੱਕ ਲਈ, ਰਾਜੇ ਦੇ ਸਾਹਮਣੇ ਪੇਸ਼ ਕਰਕੇ ਕਹਿੰਦੇ, ਰਾਜਨ ਇਹ ਚੋਰ ਹੈ, ਇਹਦੇ ਕੋਲੋਂ ਮਾਲਾ ਮਿਲੀ ਹੈ। ਰਾਜੇ ਨੇ ਕਿਹਾ ਇਹਨੂੰ ਸੂਲੀ ਤੇ ਚੜ੍ਹਾ ਦਿਓ, ਕਿਉਂਕਿ ਚੋਰੀ ਦੀ ਸਜ਼ਾ ਸੂਲੀ ਹੈ।
ਸੋ ਉਸ ਵੇਲੇ ਮਾਨਵ ਰਿਖੀ ਅੰਤਰਜਾਮਤਾ ਨਾਲ ਆਪਣੇ ਕਈ ਜਨਮ ਦੇਖੇ, ਕਿਸੇ ਕਰਮ ਦਾ ਫਲ ਨਹੀਂ ਮਿਲਣ ਲੱਗਿਆ। ਜਦ 100 ਜਨਮ ਦੇਖੇ, 100 ਜਨਮਾਂ ਤੱਕ ਕੋਈ ਪਾਪ ਨਹੀਂ ਕੀਤਾ। ਜਦੋਂ ਸੂਲੀ ਲੱਗ ਗਈ ਤਾਂ ਧਰਮਰਾਜਾ ਦੀ ਕਚਹਿਰੀ ਵਿੱਚ ਪਹੁੰਚ ਗਿਆ। ਧਰਮਰਾਜੇ ਨੂੰ ਪੁੱਛਿਆ ਵੀ ਮੈਂ ਇਹੋ ਜਿਹਾ ਕਿਹੜਾ ਕੰਮ ਕੀਤਾ, ਮੈਂ ਤਾਂ ਸਾਰੀ ਜ਼ਿੰਦਗੀ ਜੰਗਲ 'ਚ ਬਹਿ ਕੇ ਭਗਤੀ ਕਰਦਾ ਰਿਹਾ, ਫਿਰ ਮੈਨੂੰ ਆਹ ਸੂਲੀ ਦੀ ਸਜ਼ਾ ਕਿਉਂ ਮਿਲੀ? ਧਰਮਰਾਜ ਜੀ ਕਹਿਣ ਲੱਗੇ ਤੁਹਾਡੀ ਸਮਰੱਥਾ 100 ਜਨਮ ਦੇਖਣ ਦੀ ਆ, ਇੱਕ ਜਨਮ ਹੋਰ ਦੇਖ ਲਓ। ਹੁਣ 101ਵਾਂ ਜਨਮ ਜਿਹੜਾ ਹੈ, ਇਹਦੇ 'ਚ ਤੁਸੀਂ ਇੱਕ ਟਿੱਡੇ ਦੀਆਂ ਲੱਤਾਂ ਤੋੜੀਆਂ ਦਿਖਦੀਆਂ, ਸਾਹਮਣੇ ਹੀ ਦਿਖਾ ਦਿੱਤੀਆਂ। ਬਸ ਉਹਦਾ ਹੀ ਕਰਮ ਹੁਣ ਇਹ ਤੁਹਾਨੂੰ ਮਿਲਿਆ, ਇਸ ਕਰਕੇ ਮਿੱਠਾ ਕਰਕੇ ਭੋਗ ਲਓ। ਕਰਮਾਂ ਦਾ ਫਲ ਮਹਾਰਾਜ ਕਹਿੰਦੇ ਭੋਗਣਾ ਜ਼ਰੂਰ ਪੈਂਦਾ, ਪਰ ਵਾਹਿਗੁਰੂ ਦੀ ਇੱਛਾ ਅਨੁਸਾਰ ਭੋਗਣਾ ਪੈਂਦਾ, ਚਾਹੇ ਉਹ ਕਿਸੇ ਜਨਮ ਵਿੱਚ ਭੁਗਤਾਵੇ। ਬਹੁਤ ਸਾਰੇ ਲੋਕ ਐਸਾ ਕਹਿੰਦੇ ਮੈਂ ਤਾਂ ਸਾਰੀ ਜ਼ਿੰਦਗੀ ਕੋਈ ਕੰਮ ਨਹੀਂ ਮਾੜਾ ਕੀਤਾ, ਫਿਰ ਮੈਨੂੰ ਇਹ ਸਜ਼ਾ ਕਿਉਂ? ਕਿਉਂਕਿ ਕਈ ਵਾਰ ਐਸਾ ਹੁੰਦਾ ਪਿਛਲੇ 100 ਜਨਮ ਪਹਿਲਾਂ ਜਿਹੜਾ ਮਾੜਾ ਕੰਮ ਕੀਤਾ ਸੀ ਉਹਦੀ ਸਜ਼ਾ ਤਾਂ ਨਹੀਂ ਮਿਲੀ ਕਿਉਂਕਿ ਬੰਦੇ ਦੇ ਪੁੰਨ ਜਦੋਂ ਬੜੇ ਤਕੜੇ ਹੁੰਦੇ ਨੇ ਉਦੋਂ ਪਾਪਾਂ ਦਾ ਫਲ ਭੁਗਤਣ ਲਈ ਨੇੜੇ ਹੀ ਨਹੀਂ ਆਉਣ ਦਿੰਦੇ ਪਾਪਾਂ ਨੂੰ। ਜਦੋਂ ਬੰਦੇ ਦੇ ਪੁੰਨ ਘਟ ਜਾਂਦੇ ਨੇ ਤੇ ਫਿਰ ਪਾਪਾਂ ਦਾ ਫਲ ਮਹਾਰਾਜ ਕਹਿੰਦੇ ਫੇਰ ਮਿਲਣਾ ਸ਼ੁਰੂ ਹੁੰਦਾ ਉਸ ਇਨਸਾਨ ਨੂੰ। ਇਹਦੇ ਵਿੱਚ ਵੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਸਮਝ ਸਕਦੇ ਹਾਂ। ਜਿਹੜੀ ਕਥਾ ਭਰੀ ਹੋਈ ਆ ਆਤਮਕ ਗਿਆਨ, ਉਹਦੇ ਵਿੱਚ ਇਸ ਤਰ੍ਹਾਂ ਕਿ ਆਪਣੇ ਜਿਹੜੇ ਕਿਰੇਮਾਨ ਕਰਮ ਨੇ ਰੋਜ਼ ਕਰਨ ਵਾਲੇ, ਫਿਰ ਇਹ ਕਰਮ ਇਕੱਠੇ ਹੋ ਜਾਂਦੇ, ਸੰਚਿਤ ਕਰਮ ਬਣ ਜਾਂਦੇ ਨੇ, ਇਹਨਾਂ ਦੀ ਪਰਾਰਬਧ ਬਣ ਜਾਂਦੀ ਹੈ। ਪਰਾਰਬਧ ਬਣ ਕੇ ਅਗਲੇ ਜਨਮ ਵਿੱਚ ਫੇਰ ਭੁਗਤਣੇ ਆ। ਜਦੋਂ ਇਨਸਾਨ ਭਗਤੀ ਵਾਲੇ ਪਾਸੇ ਤੁਰਦਾ, ਬ੍ਰਹਮ ਗਿਆਨ ਵਾਲੇ ਪਾਸੇ ਪਹੁੰਚ ਜਾਂਦਾ ਹੈ, ਉਹ ਅੰਦਰ ਜਿਹੜੇ ਕਰਮ ਸਾਡੇ ਦਾਣਿਆਂ ਵਾਂਗੂ ਪਏ ਹੁੰਦੇ ਨੇ, ਇੱਕ ਇੱਕ ਕਰਕੇ ਉੱਗੀ ਜਾਂਦਾ। ਬ੍ਰਹਮ ਗਿਆਨੀ ਬ੍ਰਹਮ ਅਗਨੀ ਦੇ ਨਾਲ ਉਹ ਸਾਰੇ ਕਰਮਾਂ ਨੂੰ ਸਾੜ ਦਿੰਦਾ ਹੈ। ਇਸ ਤਰ੍ਹਾਂ ਜਿਵੇਂ ਇੱਕ ਬਰਤਨ ਵਿੱਚ ਦਾਣੇ ਪਏ ਹੋਣ, ਕੁੱਜੇ ਵਿੱਚ ਜਾਂ ਪਤੀਲੀ ਵਿੱਚ ਦਾਣੇ ਭਾਂਡੇ 'ਚ, ਉਹ ਦਾਣਾ ਜੇ ਧਰਤੀ ਤੇ ਸਿੱਟਦੇ ਉੱਗ ਜਾਂਦਾ, ਪਰ ਜੇ ਉਹਨੂੰ ਆਪਾਂ ਭੱਠੀ ਤੇ ਰੱਖ ਦਈਏ, ਗੈਸ ਤੇ ਰੱਖ ਦਈਏ ਭਾਂਡੇ ਨੂੰ, ਉਹ ਸਾਰੇ ਦਾਣੇ ਭੁੱਜ ਜਾਂਦੇ ਨੇ, ਫਿਰ ਉਹ ਦਾਣੇ ਉੱਗਣ ਦੇ ਲਾਇਕ ਨਹੀਂ ਰਹਿੰਦੇ, ਸਿਰਫ ਖਾਧੇ ਹੀ ਜਾ ਸਕਦੇ ਨੇ। ਉਹ ਦਾਣੇ ਜਦੋਂ ਉੱਗਣ ਦੇ ਲਾਇਕ ਨਹੀਂ ਰਹਿੰਦੇ, ਇਸੇ ਤਰ੍ਹਾਂ ਹੀ ਬ੍ਰਹਮ ਅਗਨੀ ਨਾਲ ਅੰਦਰ ਅੰਤਸ਼ਕਰਨ ਰੂਪ ਭਾਂਡੇ ਵਿੱਚ ਪਏ ਹੋਏ ਕਰਮਾਂ ਨੂੰ ਬ੍ਰਹਮ ਗਿਆਨ ਦੀ ਅਗਨੀ ਨਾਲ ਸਾੜ ਕੇ ਉੱਗਣ ਦੀ ਸਮਰੱਥਾ ਹੀ ਮੁਕਾ ਦਿੱਤੀ ਜਾਂਦੀ ਉਹਨਾਂ ਦੀ। ਉਹ ਉੱਥੇ ਹੀ ਪਏ ਰਹਿੰਦੇ, ਪਏ ਵੀ ਉੱਥੇ ਹੀ ਰਹਿੰਦੇ ਆ, ਉੱਗਦੇ ਵੀ ਨਹੀਂ। ਉਹ ਫਲ ਦੇਣ ਤੋਂ ਅਸਮਰੱਥ ਹੋ ਜਾਂਦੇ ਆ, ਕਿਉਂਕਿ ਭੁੱਜੇ ਹੋਏ ਦਾਣੇ ਕਦੇ ਉੱਗਦੇ ਨਹੀਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਹੜਾ ਕਰਮ ਜੀਵ ਕਰਦਾ, ਉਹਨੂੰ ਜੇ ਕਰਮ ਨੂੰ ਸਿਰਫ ਖਤਮ ਕਰਦੀ ਤਾਂ ਬ੍ਰਹਮ ਅਗਨੀ ਕਰਦੀ ਹੈ। ਮਹਾਰਾਜ ਉਹ ਵੀ ਹੁਣ ਸਮਝਾ ਦਿਓ ਵੀ ਇਹ ਤਾਂ ਅਸੀਂ ਸਧਾਰਨ ਜਿਹਾ ਗਿਆਨ। ਹੁਣ ਇਸ ਪੰਕਤੀ 'ਚ ਸਾਰੀ ਪੌੜੀ ਵਿੱਚ ਜਿਹੜਾ ਅਸਲ ਕਹਿਣ ਦਾ ਜਿਹੜਾ ਅੰਤਰੀ ਭਾਵ ਹੈ, ਇਹ ਤਾਂ ਆਮ ਲੋਕਾਂ ਨੂੰ ਸਮਝਾਉਣਾ, ਹੁਣ ਸਿੱਧਾਂ ਨੂੰ ਸਮਝਾਓ ਜਾਂ ਗਿਆਨਵਾਨਾਂ ਨੂੰ ਸਮਝਾਓ। ਸਤਿਗੁਰੂ ਮਹਾਰਾਜ ਕਹਿੰਦੇ ਲਓ ਹੁਣ ਗਿਆਨਵਾਨ ਲੋਕ ਸਮਝੋ। ਭਰੀਐ ਹੱਥ ਪੈਰ ਤਨ ਦੇਹ। ਮਹਾਰਾਜ ਕਹਿੰਦੇ ਦੇਖੋ ਪਹਿਲਾਂ ਤਾਂ ਮੈਂ ਕਿਹਾ ਸੀ ਕਿ ਮਿੱਟੀ ਨਾਲ ਜੇ ਭਰ ਜੇ ਤਾਂ ਪਾਣੀ ਨਾਲ ਧੋ ਕੇ ਸਾਫ਼ ਹੋ ਜਾਂਦਾ, ਪਰ ਪਾਣੀ ਨਾਲ ਧੋਤਿਆਂ ਜੇ ਹੱਥ ਪਵਿੱਤਰ ਹੁੰਦੇ ਤਾਂ ਸਾਰੀ ਦੁਨੀਆ 100 ਵਾਰੀ ਹੱਥ ਧੋ ਕੇ ਸਰੀਰ ਪਵਿੱਤਰ ਕਰ ਲੈਂਦੀ। ਮਹਾਰਾਜ ਕਹਿੰਦੇ ਹੁਣ ਹੱਥ ਹੈ, ਹੱਥ ਨਾਲ ਚੋਰੀ ਕੀਤੀ ਆ, ਖੋਟੀ ਕਿਰਤ ਕੀਤੀ ਆ, ਹੱਥ ਮੈਲੇ, ਕਿਉਂਕਿ ਸੇਵਾ ਨਹੀਂ ਕੀਤੀ। 10ਵੇਂ ਪਾਤਸ਼ਾਹ ਨੇ ਪਾਣੀ ਮੰਗਿਆ, ਸੇਵਾਦਾਰ ਕੋਲ ਨਹੀਂ ਸੀ। ਜਦ ਇੱਕ ਅਮੀਰ ਜਾਦਾ ਲੈ ਕੇ ਆਇਆ ਪਾਣੀ ਦਾ ਬਾਟਾ, ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਪਹਿਲਾਂ ਵੀ ਕਦੇ ਕਿਸੇ ਦੀ ਸੇਵਾ ਕੀਤੀ ਭਾਈ? ਬੜੇ ਸੋਹਣੇ ਹੱਥ ਬੱਚਾ ਕਹਿੰਦਾ ਮਹਾਰਾਜ ਸਾਡੇ ਘਰੇ ਤਾਂ 20-25 ਨੌਕਰ ਆ, ਅਸੀਂ ਤਾਂ ਕਦੇ ਸੇਵਾ ਨਹੀਂ ਕੀਤੀ, ਪਹਿਲੀ ਵਾਰੀ ਇਹ ਬਾਟੇ 'ਚ ਪਾਣੀ ਭਰ ਕੇ ਲਿਆਇਆ ਤੁਹਾਡੇ ਲਈ। ਮਹਾਰਾਜ ਨੇ ਉਹ ਪਾਣੀ ਡੋਲ ਦਿੱਤਾ, ਬਾਟਾ ਸੁੱਟ ਦਿੱਤਾ, ਕਹਿੰਦੇ ਇਹੋ ਜਿਹੇ ਗੰਦੇ ਹੱਥਾਂ ਦਾ ਪਾਣੀ ਨਹੀਂ ਪੀਂਦੇ ਜਿਨ੍ਹਾਂ ਨੇ ਕਦੇ ਸੇਵਾ ਹੀ ਨਹੀਂ ਕੀਤੀ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਖੋਟੀ ਕਿਰਤ, ਚੋਰੀ ਜਾਂ ਮਾੜੇ ਕਰਮ ਜਿਨ੍ਹਾਂ ਹੱਥਾਂ ਨਾਲ ਹੋਏ ਹੋਣ, ਕਈ ਹੱਥਾਂ ਨਾਲ ਕਤਲ ਹੋਏ ਨੇ, ਕਈ ਹੱਥਾਂ ਨਾਲ ਕੁਝ ਹੋਇਆ, ਉਹ ਹੱਥ ਦੇਖਣ ਨੂੰ ਤਾਂ ਭਾਵੇਂ ਕਿੰਨੇ ਚਿੱਟੇ ਸੋਹਣੇ ਹੋਣ, ਪਰ ਉਹ ਹੱਥ ਮੈਲੇ ਹੈ। ਅਤੇ ਪੈਰ ਖੋਟੇ ਰਸਤੇ ਤੇ ਚੱਲਣ ਕਰਕੇ ਪਾਪਾਂ ਨਾਲ ਭਰੇ ਪਏ ਨੇ, ਰੋਜ਼ ਗਲਤ ਰਸਤੇ ਜਾਂਦਾ। ਦੁਨੀਆ ਐਸੀ ਕਲਯੁਗ ਦੀ ਕਿ ਜੇ ਮਾੜੇ ਪਾਸੇ ਤੁਰ ਕੇ ਵੀ ਜਾਣਾ ਪੈਂਦਾ, ਮਾੜੇ ਪਾਸੇ ਤੁਰ ਕੇ ਜਾਂਦਾ,
ਮਾੜੇ ਪਾਸੇ ਜਾਣ ਲਈ ਭਾਵੇਂ 10 ਮੰਜ਼ਲਾਂ ਪੌੜੀਆਂ ਚੜ੍ਹਨੀਆਂ ਪੈਣ, ਚੜ੍ਹ ਜਾਂਦਾ। ਮਨੁੱਖ ਹੈ ਨਾ, ਬੁੱਧੀ ਇਹਦੀ ਪੁੱਠੀ ਹੈ, ਸਮਝਾਉਣਾ ਪੈਂਦਾ। ਤੇ ਜੇ ਗੁਰੂ ਘਰ 'ਚ ਪਰਿਕਰਮਾ ਕਰਨੀ ਪੈ ਜਾਏ ਗੁਰੂ ਗ੍ਰੰਥ ਸਾਹਿਬ ਦੀ, ਕਹਿੰਦੇ ਇਹ ਮਰਿਆਦਾ ਨਹੀਂ ਹੈ, ਇੱਥੇ ਨਹੀਂ ਤੁਰ ਕੇ ਰਾਜੀ, ਇੱਥੇ ਲਿਫਟ ਲਾਓ, ਇੱਥੇ ਪੌੜੀਆਂ ਚੜ੍ਹਨੀਆਂ ਪੈਂਦੀਆਂ। ਜੇ ਮਾੜੇ ਪਾਸੇ ਜਾਣਾ ਫਿਰ ਕੋਈ ਗੱਲ ਨਹੀਂ। ਇਹ ਗੁਰਸਿੱਖਾਂ ਨੂੰ ਸਤਿਗੁਰੂ ਸਮਝਾਉਂਦੇ ਨੇ ਵੀ ਆਪਣੀ ਬੁੱਧੀ ਤੋਂ ਇਹ ਕੰਮ ਲਓ, ਵੀ ਜਿਹੜੇ ਕਦਮ ਕਦਮ ਦੇ ਉੱਤੇ ਗੁਨਾਹ ਮਿਲਦੇ ਨੇ ਉਹ ਕਦਮ ਨਾ ਪੁੱਟੋ। ਜਿਸ ਕਦਮ ਕਦਮ ਤੇ ਅਸਮੇਧ ਜੱਗ ਦਾ ਫਲ ਉਹ ਕਦਮ ਪੁੱਟੋ। ਇਸ ਕਰਕੇ ਆਪਣੇ ਪੈਰਾਂ ਨੂੰ ਅਪਵਿੱਤਰ ਨਾ ਕਰੋ, ਹੱਥਾਂ ਨੂੰ ਅਪਵਿੱਤਰ ਨਾ ਕਰੋ। ਤਨ ਦੇਹ ਸੂਖਮ ਸਰੀਰ ਭਾਵ ਮਨ। ਹੁਣ ਇਹ ਸੂਖਮ ਅੰਦਰਲਾ ਸਰੀਰ ਹੈ, ਮਨ ਹੈ, ਬੁਰਿਆਂ ਸੰਕਲਪਾਂ ਰੂਪ ਖੇਹ ਨਾਲ ਭਰ ਜਾਂਦਾ ਅਤੇ ਸਥੂਲ ਦੇਹੀ ਵੀ ਵਿਸ਼ਿਆਂ ਰੂਪ ਗੰਦਗੀ ਨਾਲ ਭਰ ਜਾਂਦੀ ਹੈ। ਕਿਉਂਕਿ ਦੇਹੀ ਨੂੰ ਬਾਹਰ ਮਿੱਟੀ ਲੱਗੀ, ਗੰਦਗੀ ਲੱਗੀ, ਇਹ ਤਾਂ ਅਲੱਗ ਚੀਜ਼ ਹੈ, ਪਰ ਵਿਕਾਰਾਂ ਨਾਲ ਦੇਹੀ ਭਰ ਜਾਣੀ ਇਹ ਵੀ ਗੰਦੀ ਹੋ ਜਾਂਦੀ। ਸਰੀਰ ਦੇ ਅੰਦਰ ਵਿਕਾਰ ਹੀ ਬੜੇ ਨੇ, ਮਨ ਗੰਦੇ ਪਾਸਿਆਂ ਨੂੰ ਬਹੁਤ ਜਾਂਦਾ। ਹਾਲਾਂਕਿ ਆਪਾਂ ਚਾਹੁੰਦੇ ਵੀ ਨਹੀਂ ਕਿ ਮਨ ਗੰਦੇ ਪਾਸੇ ਜਾਵੇ। ਮਨ ਆਪਾਂ ਕਹਿੰਦੇ ਭਗਤੀ ਕਰ, ਮਨ ਬਾਣੀ ਪੜ੍ਹ, ਮਨ ਚੰਗੇ ਖਿਆਲ ਕਰ। ਐਡਾ ਵੱਡਾ ਇਤਿਹਾਸ ਹੈ ਗੁਰੂ ਘਰ ਦਾ, ਉਹ ਸਾਖੀਆਂ ਨੂੰ ਨਹੀਂ ਚੇਤੇ ਕਰਦਾ, ਹਮੇਸ਼ਾ ਬੁਰਾ ਕੰਮ ਕਰਦਾ ਰਹਿੰਦਾ, ਬੁਰੇ ਪਾਸੇ ਖਿਆਲ ਕਰਦਾ, ਬੁਰੇ ਪਾਸੇ ਜਾਂਦਾ, ਪੁੱਠੀਆਂ ਘਾੜਤਾਂ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਸਾਰਾ ਹੀ ਸਰੀਰ ਹੈ, ਸੂਖਮ ਸਰੀਰ ਮਨ ਵੀ ਹੈ, ਸੰਕਲਪਾਂ ਨਾਲ ਇਹ ਖੇਹ ਨਾਲ ਭਰ ਗਿਆ। ਹੁਣ ਹੱਥ ਭਰ ਗਏ, ਪੈਰ ਭਰ ਗਏ, ਅੱਖਾਂ ਪਰਾਇਆ ਰੂਪ ਦੇਖ ਕੇ ਭਰ ਗਈਆਂ, ਕੰਨ ਨਿੰਦਿਆ ਸੁਣ ਕੇ ਗੰਦਗੀ ਨਾਲ ਭਰੇ ਪਏ ਨੇ, ਕੰਨ ਗੰਦੇ। ਜਿਵੇਂ ਗੁਰੂ ਨਾਨਕ ਦੇਵ ਜੀ ਗਏ ਜਗਨਨਾਥਪੁਰੀ, ਸਮੁੰਦਰ ਦੇ ਕਿਨਾਰੇ ਬੈਠੇ ਮਰਦਾਨਾ ਭਾਈ ਕੀਰਤਨ ਸੁਣਾ ਰਿਹਾ। ਇੱਕ ਬਘਿਆੜ ਨੇ ਆ ਕੇ ਇੱਕ ਮਨੁੱਖ ਦੀ ਸਾਰੀ ਦੇਹੀ ਨੂੰ ਸੁੰਘ ਸੰਘ ਕੇ ਜੇ ਮੁੜ ਗਿਆ, ਮਰਿਆ ਪਿਆ ਸੀ ਬੰਦਾ ਸਮੁੰਦਰ ਕਿਨਾਰੇ। ਭਾਈ ਮਰਦਾਨਾ ਕਹਿੰਦਾ, ਮਹਾਰਾਜ ਇੱਕ ਪਹਿਲੀ ਵਾਰ ਚੀਜ਼ ਦੇਖੀ ਹੈ, ਮਾਸਾਹਾਰੀ ਜੀਵ ਹੈ ਪਰ ਉਹਨੇ ਮੁਰਦੇ ਨੂੰ ਖਾਧਾ ਨਹੀਂ। ਕਹਿੰਦੇ ਮਰਦਾਨਾ ਕੀਰਤਨ ਸੁਣ ਕੇ ਭਾਈ ਸੋਝੀ ਹੋ ਗਈ ਬਘਿਆੜ ਨੂੰ ਵੀ। ਉਹਨੇ ਉਹ ਬੰਦੇ ਦੇ ਪੈਰ ਸੁੰਘੇ, ਉਹ ਕਦੇ ਸੰਗਤ 'ਚ ਨਹੀਂ ਗਏ, ਹੱਥ ਸੁੰਘੇ, ਕਦੇ ਸੇਵਾ ਨਹੀਂ ਕੀਤੀ, ਸਾਰੇ ਸਰੀਰ ਦਾ ਕੱਲਾ ਕੱਲਾ ਅੰਗ ਸੁੰਘਿਆ, ਸਾਰੇ ਹੀ ਅੰਗ ਬਦਬੂ ਮਾਰਦੇ ਨੇ, ਸਾਰੇ ਅੰਗਾਂ ਵਿੱਚ ਕੋਈ ਸ਼ੁੱਧਤਾ ਨਹੀਂ। ਇਸ ਕਰਕੇ ਉਹਨੇ ਸੋਚਿਆ ਜੇ ਮੈਂ ਖਾਧਾ ਗੰਦਾ ਮਾਸ, ਜਿਸ ਬੰਦੇ ਨੇ ਕੋਈ ਸੇਵਾ ਹੀ ਨਹੀਂ ਕੀਤੀ, ਸਤਸੰਗਤ ਨਹੀਂ ਕੀਤੀ, ਪਾਠ ਨਹੀਂ ਕੀਤਾ, ਹਿਰਦੇ 'ਚ ਨਾਮ ਨਹੀਂ ਵਸਿਆ, ਅੱਖਾਂ ਨਾਲ ਗੁਰੂ ਦੇ ਦਰਸ਼ਨ ਨਹੀਂ ਕੀਤੇ, ਕੰਨਾਂ ਨਾਲ ਕੋਈ ਚੰਗੀ ਗੱਲ ਨਹੀਂ ਸੁਣੀ, ਨੇ ਜਾਣੀਏ ਮਨਾ ਕਿਤੇ ਖਾ ਕੇ ਆਪਣਾ ਵੀ ਮਨ ਖਰਾਬ ਹੋ ਜਾਏ, ਬੰਦੇ ਨੂੰ ਹੀ ਛੱਡ ਗਿਆ ਉਹ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਰੀਰ ਸਾਰਾ ਸਿਰ ਤੋਂ ਲੈ ਕੇ ਪੈਰਾਂ ਤੱਕ ਗੁਰਮੁਖਾਂ ਦਾ ਪਵਿੱਤਰ ਹੁੰਦਾ, ਮਨ ਸ਼ੁੱਧ ਹੁੰਦਾ ਉਹਨਾਂ ਦਾ। ਆਪਾਂ ਤਾਂ ਹੀ ਕਹਿੰਦੇ ਗੁਰਮੁਖਾਂ ਨੂੰ ਸਾਡੇ ਸਿਰ ਤੇ ਹੱਥ ਰੱਖੋ ਜੀ, ਕਿਉਂਕਿ ਪਾਪਾਂ ਤੋਂ ਉਹ ਨਿਵਰਤੀ ਹੋ ਚੁੱਕੀ। ਜਿਨ੍ਹਾਂ ਹੱਥਾਂ ਦੀ, ਉਹਨਾਂ ਹੱਥਾਂ ਵਿੱਚ ਇੱਕ ਪ੍ਰਕਾਸ਼ ਹੁੰਦਾ ਪੀਲੇ ਰੰਗ ਦਾ, ਸੁਣਿਆ ਚੰਗਾ ਹੁੰਦਾ। ਵੈਸੇ ਆਪਾਂ ਨੂੰ ਹੁਣ ਦਿਖਦਾ ਤਾਂ ਨਹੀਂ ਹੈ ਉਹ, ਪਰ ਫਿਰ ਵੀ ਇਹ ਚੀਜ਼ਾਂ ਅੱਗੇ ਜਾ ਕੇ ਕਿਤੇ ਜ਼ਿੰਦਗੀ 'ਚ ਕੰਮ ਆ ਸਕਦੀਆਂ ਨੇ। ਬ੍ਰਹਮ ਗਿਆਨੀ ਦੇ ਹੱਥਾਂ ਵਿੱਚੋਂ ਪ੍ਰਕਾਸ਼ ਥੱਲੇ ਡਿੱਗਦਾ ਹੁੰਦਾ, ਡੁੱਲਦਾ, ਚਰਨਾਂ ਵਿੱਚੋਂ ਡੁੱਲਦਾ ਪ੍ਰਕਾਸ਼। ਜਦੋਂ ਕਿਸੇ ਦੇ ਸਿਰ ਤੇ ਹੱਥ ਰੱਖਦੇ ਨੇ ਤਾਂ ਉਹ ਪ੍ਰਕਾਸ਼ ਉਹਦੇ ਸਿਰ 'ਚ ਪਾ ਦਿੰਦੇ ਨੇ, ਉਹ ਬੰਦੇ ਦੀ ਸਮਰੱਥਾ ਹੀ ਵਧਾ ਦਿੰਦੇ ਨੇ। ਇਸੇ ਤਰ੍ਹਾਂ ਸਤਸੰਗਤ ਦੇ ਜੋੜੇ ਤਾਂਹੀਓ ਝਾੜਦੇ ਨੇ, ਜਾਣੇ ਕੋਈ ਪੂਰਨ ਪੁਰਸ਼ ਬੈਠਾ ਹੋਵੇ ਵਿੱਚ। ਲੰਗਰ ਵਰਤਾਉਣਾ, ਗੁਰੂ ਕੀ ਸੰਗਤ, ਭਾਗਾਂ ਵਾਲਿਆਂ ਨੂੰ ਲੰਗਰ ਵਰਤਾਉਣੇ ਆ, ਕਿਉਂਕਿ ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਮਹਾਰਾਜ ਕਹਿੰਦੇ ਹੁਣ ਸਾਰਾ ਸਰੀਰ ਜਿਸ ਪਾਪੀ ਦਾ ਪਵਿੱਤਰ ਹੋ ਗਿਆ ਹੈ, ਉਹਨੂੰ ਹੁਣ ਸ਼ੁੱਧ ਕਰਨ ਲਈ ਪਾਣੀ ਧੋਤੈ ਉਤਰੁਸ ਖੇਹ, ਤਾਂ ਉਹ ਪ੍ਰੇਮ ਰੂਪੀ ਪਾਣੀ ਨਾਲ ਧੋਣ ਕਰਕੇ ਉਤਰ ਜਾਂਦੀ। ਜਾਂ ਭਰੀਆ ਮਤ ਪਾਪਾਂ ਕੈ ਸੰਗ ਧੋਵੈ ਨਾਵੈ ਕੈ ਰੰਗ, ਨਾਮ ਦੇ ਰੰਗ ਪ੍ਰੇਮ ਨਾਲ ਉਤਰਦੀ ਹੈ, ਉਹ ਪ੍ਰੇਮ ਰੂਪੀ ਪਾਣੀ ਨਾਲ ਧੋਣ ਕਰਕੇ ਉਤਰਦੀ ਹੈ। ਮੂਤ ਪਲੀਤੀ ਕੱਪੜ ਹੋਏ, ਜੇ ਅੰਦਰ ਜਿਹੜਾ ਅੰਤਸ਼ਕਰਨ ਹੈ ਸਾਡਾ, ਅੰਤਸ਼ਕਰਨ ਵੀ ਇੱਕ ਬਸਤਰ ਹੈ ਅੰਦਰ। ਮਨ, ਬੁੱਧ, ਚਿੱਤ, ਹੰਕਾਰ, ਇਹ ਚਾਰ ਚੀਜ਼ਾਂ ਨੂੰ ਰਲਾ ਕੇ ਅੰਤਸ਼ਕਰਨ ਕਹਿੰਦੇ ਆ। ਇਹ ਅੰਦਰੋਂ ਬਸਤਰ ਹੈ ਇੱਕ, ਜਾਂ ਫਿਰ ਸਰੀਰ ਰੂਪੀ ਬਸਤਰ ਹੈ। ਸੋ ਇਹਦਾ ਅੰਤਰੀ ਭਾਵ ਮੂਤ ਪਲੀਤੀ ਕੱਪੜ ਹੋਏ, ਸਰੀਰ ਰੂਪੀ ਕੱਪੜਾ ਵਿਕਾਰਾਂ ਨਾਲ ਭਰ ਗਿਆ। ਸੋ ਇਹਨਾਂ ਦੇ ਬਲ ਕਰਕੇ ਇਹ ਪਲੀਤੀ ਤੋਂ ਭਾਵ ਅਪਵਿੱਤਰ ਹੋ ਗਿਆ। ਸਰੀਰ ਦੇਖਣ ਨੂੰ ਸੋਹਣਾ, ਅਤ ਸੁੰਦਰ, ਕੁਲੀਨ, ਚਤਰ, ਮੁਖ ਗਿਆਨੀ, ਧਨਵੰਤ, ਮਿਰਤਕ ਕਹੀਐ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ।
ਇਸ ਤਰ੍ਹਾਂ ਅਪਵਿੱਤਰ ਹੋ ਗਿਆ ਸਾਰਾ ਸਰੀਰ ਵਿਕਾਰਾਂ ਨਾਲ, ਅੰਤਸ਼ਕਰਨ ਖਰਾਬ ਹੋ ਗਿਆ। ਦੇ ਸਾਬੂਣ ਲਈਆ ਉਹ ਧੋਏ, ਤਾਂ ਕਹਿੰਦੇ ਸਤਸੰਗਤ ਰੂਪੀ ਘਾਟ ਦੇ ਉੱਤੇ ਆ ਜਾਓ। ਘਾਟ ਹੁੰਦਾ ਸੀ ਜਿਵੇਂ ਪੁਰਾਣੇ ਟਾਈਮ 'ਚ ਧੋਬੀ ਕੱਪੜੇ ਧੋਣ ਲਈ ਦਰਿਆ ਦੇ ਕਿਨਾਰੇ ਤੇ ਇੱਕ ਘਾਟ ਜਿਹਾ ਬਣਿਆ ਹੁੰਦਾ, ਇੱਥੇ ਕੱਪੜੇ ਰੱਖਣੇ, ਇੱਥੇ ਵੱਡਾ ਸਾਰਾ ਇੱਕ ਪਟੜਾ ਜਾਂ ਪੱਥਰ ਦੇ ਉੱਤੇ ਕੱਪੜੇ ਕੁੱਟ-ਕੁੱਟ ਕੇ ਉਹ ਨਿਚੋੜਨੇ। ਮਹਾਰਾਜ ਕਹਿੰਦੇ ਨੇ ਪੁਰਾਣੀ ਉਦਾਹਰਣ ਵਿੱਚ ਕਿ ਸਤਸੰਗਤ ਰੂਪ ਘਾਟ ਦੇ ਉੱਤੇ ਆ ਜਾਓ। ਇੱਥੇ ਪਟੜੇ ਦੇ ਉੱਤੇ ਰੱਖਣਾ ਆ ਕੇ ਮਨ ਨੂੰ, ਸਰੀਰ ਨੂੰ। ਕਹਿੰਦੇ ਪਟੜਾ ਕੀ ਹੈ? ਪਟੜਾ ਮਤਲਬ ਇੱਕ ਇਹੋ ਜਿਹਾ ਫੱਟਾ ਜਿਹੜਾ ਹਿਲਦਾ ਨਹੀਂ, ਬਿਲਕੁਲ ਸੈੱਟ ਕਰਕੇ ਰੱਖਿਆ ਹੁੰਦਾ। ਤੇਰਾ ਨਾਮ ਖੁੰਦਕਾਰਾ। ਖੁੰਦਕਾਰਾ ਕਹਿੰਦੇ ਇੱਕ ਕਿੱਲਾ ਹੁੰਦਾ, ਕਿੱਲੇ ਦੇ ਉੱਤੇ ਪਟੜਾ ਸੈੱਟ ਕੀਤਾ ਹੁੰਦਾ ਉਹਨਾਂ ਨੇ। ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਜਿਵੇਂ ਪਟੜਾ ਉਸ ਇੱਕ ਵੱਡੇ ਸਾਰੇ ਕਿੱਲੇ ਦੇ ਆਸਰੇ ਤੇ ਸੈੱਟ ਕਰਕੇ ਰੱਖਿਆ, ਹਿਲਦਾ ਨਹੀਂ, ਇੱਥੇ ਨਿਸ਼ਚਾ ਹੈ ਕਿੱਲਾ, ਨਿਸ਼ਚੇ ਰੂਪ ਪਟੜਾ ਲੈ ਲਓ। ਗੁਰੂ ਗ੍ਰੰਥ ਸਾਹਿਬ ਤੇ ਜਿਹੜਾ ਨਿਸ਼ਚਾ ਕਰਨਾ, ਬਾਣੀ ਤੇ ਨਿਸ਼ਚਾ ਕਰਨਾ, ਸਤਸੰਗਤ ਦੇ ਘਾਟ ਤੇ ਆ ਕੇ ਬੈਠਣਾ, ਇਹ ਪਟੜੇ ਤੇ ਆਪਣੇ ਅੰਤਸ਼ਕਰਨ ਰੂਪ ਕੱਪੜੇ ਨੂੰ ਧੋ ਲਓ ਬਈ। ਕਿਵੇਂ ਜੀ? ਕਹਿੰਦੇ ਨਾਮ ਰੂਪ ਸਾਬਣ ਲੈ ਕੇ ਨਾ, ਪ੍ਰੇਮ ਰੂਪ ਪਾਣੀ ਪਾ ਕੇ, ਉਗਤੀਆਂ ਜੁਗਤੀਆਂ ਰੂਪ ਮੁੱਕੀਆਂ ਮਾਰਨੀ। ਜਿਵੇਂ ਕਈ ਤਰ੍ਹਾਂ ਦੀਆਂ ਉਗਤੀਆਂ ਜੁਗਤੀਆਂ ਆਪਾਂ ਕਥਾ 'ਚ ਦੱਸਦੇ ਹਾਂ। ਮਨ ਨੂੰ ਉਗਤੀਆਂ ਜੁਗਤੀਆਂ ਨਾਲ ਹੀ ਸਮਝਾਇਆ ਜਾ ਸਕਦਾ, ਦਲੀਲਾਂ ਦੇ ਕੇ ਵੀ ਐ ਨਹੀਂ ਕਰਨਾ ਚਾਹੀਦਾ, ਆਹ ਗੱਲ ਜੇ। ਜਿਵੇਂ ਇੱਕ ਗੱਲ ਸਮਝਾਈ ਸੀ ਵੀ ਮਾੜੇ ਪਾਸੇ ਨੂੰ ਜਿੰਨਾ ਮਰਜ਼ੀ ਬੰਦੇ ਨੂੰ ਤੁਰਨਾ ਪੈ ਜੇ, ਪੁੱਠੇ ਪਾਸੇ ਨੂੰ ਜੋ ਮਰਜ਼ੀ ਕਰਨਾ ਪੈ ਜੇ, ਉੱਥੇ ਕੋਈ ਗੁਰਮਤ ਨਹੀਂ, ਕੁਛ ਨਹੀਂ। ਜਿਵੇਂ ਗਾਉਣ ਵਾਲੇ ਆ ਜਾਣ ਪੰਜਾਬ ਤੋਂ, ਉਹਨਾਂ ਨੂੰ ਹਜ਼ਾਰਾਂ ਡਾਲਰ ਦੇ ਕੇ ਨਾਲ ਨੱਚ ਨੁੱਚ ਕੇ ਹੋਰ ਕਈ ਪ੍ਰਕਾਰ ਕਰਕੇ ਖਾ ਪੀ ਕੇ, ਉਹ ਵੀ ਕਿੱਥੇ ਪੈਸੇ ਲਾਉਂਦੇ, ਉਹ ਵੀ ਨਹੀਂ ਸੋਚਣਾ, ਕਰ ਕਰਾ ਕੇ ਉਹਨੂੰ ਨਹੀਂ ਕਹਿਣਾ ਕਿ ਉਹ ਇਹਦੀ ਕਿੱਥੇ ਖਰਚੇਗਾ, ਤੇਰਾ ਜੀਵਨ ਕੀ ਆ, ਤੇਰੇ ਬੱਚੇ ਕੀ ਕਰਦੇ ਆ, ਤੂੰ ਉੱਥੇ ਘਰ ਕਿੰਨੇ ਬਣਾਏ ਆ, ਉਹਨੂੰ ਨਹੀਂ ਕੁਛ ਕਹਿਣਾ। ਪਰ ਜਦੋਂ ਆ ਗਈ ਗੱਲ ਗੁਰੂ ਘਰ 'ਚ, ਇੱਥੇ ਗੁਰਮਤ ਨੂੰ ਮੂਹਰੇ ਰੱਖ ਲੈਣਾ। ਫਿਰ ਲਓ ਜੀ, ਇਹ ਤਾਂ ਗੁਰਮਤ 'ਚ ਲਿਖਿਆ ਨਹੀਂ ਹੋਇਆ, ਆਹ ਨਹੀਂ ਗੁਰਮਤ ਕਹਿੰਦੀ ਆ। ਉਹੀ ਬੰਦਾ ਜਿਹੜਾ ਉੱਥੇ ਉਹ ਕਰਮ ਕਰਕੇ ਆਇਆ, ਉਹੀ ਬੰਦਾ ਇੱਥੇ ਗੁਰਮਤ ਦੀ ਗੱਲ ਕਰਦਾ। ਜੋ ਗਲਤ ਪਾਸੇ ਜਾਂਦਾ ਉੱਥੇ ਦੂਜੀ ਗੱਲ ਕਰਦਾ, ਤੀਜੇ ਥਾਂ ਗਿਆ ਤੀਜੀ ਗੱਲ ਕਰਦਾ। ਕਹਿਣ ਤੋਂ ਭਾਵ ਉਹਨੇ ਇਹਨੂੰ ਹਥਿਆਰ ਬਣਾ ਲਿਆ ਗੁਰਮਤ ਨੂੰ। ਚਾਰ ਗੱਲਾਂ ਗੁਰਮਤ ਦੀਆਂ ਸਿੱਖ ਲੀਆਂ, ਇੱਥੇ ਹੋਰ ਬੰਦਿਆਂ ਨੂੰ ਘੇਰ ਲੈਣਾ। ਤੇ ਇੱਥੇ ਕੋਸ਼ਿਸ਼ ਕਰਨੀ ਕਿ ਛੋਟੇ ਤੋਂ ਛੋਟਾ ਨੋਟ ਕੱਢਿਆ ਜਾਵੇ, ਮੈਲਾ ਹੋਵੇ ਉਹ ਵੀ, ਅਤੇ ਫਿਰ ਉਹਦਾ ਹਿਸਾਬ ਵੀ ਮੰਗੀਏ, ਇਹ ਜੀ ਕਿੱਥੇ ਲਾਉਣਾ, ਕੀ ਕਰਨਾ। ਤੇ ਗਲਤ ਥਾਂ ਖਰਚਣ ਵੇਲੇ ਸੋਚਿਆ ਤੱਕ ਨਹੀਂ ਕਦੇ। ਕਹਿੰਦੇ ਮੇਰੀ ਇੱਜ਼ਤ ਦਾ ਸਵਾਲ ਹੈ, ਭਾਵੇਂ ਕਿੰਨੇ ਹੀ ਹਜ਼ਾਰਾਂ ਲੱਗ ਜਾਣ, ਪਰ ਆ ਜਿੰਨੇ ਪੀਣ ਵਾਲੇ ਆਏ ਆ, ਕੋਈ ਕੱਲ ਨੂੰ ਇਹ ਨਾ ਕਹਿ ਲੈ ਵੀ ਇਹਨੇ ਨਹੀਂ ਪਿਆਇਆ ਮੈਨੂੰ, ਆਹ ਨਹੀਂ ਖਵਾਇਆ ਮੈਨੂੰ, ਆਹ ਨਹੀਂ ਕਰਾਇਆ ਮੈਨੂੰ। ਪਾਪ ਕਰਮ ਕਰਨ ਲੱਗਿਆ ਇਨਸਾਨ ਗੁਰਮਤ ਦੀ ਗੱਲ ਤੋਂ ਪਰੇ ਹੋ ਕੇ ਗੱਲ ਕਰਦਾ, ਮਨ ਮੱਤੀਆ ਹੋ ਜਾਂਦਾ। ਪਰ ਜਦੋਂ ਗੁਰੂ ਦੇ ਦਰ ਤੇ ਆਉਂਦਾ, ਉਦੋਂ ਆ ਕਰਕੇ ਬਹੁਤ ਸਾਰੀਆਂ ਨੁਕਤਾ ਚੀਨੀਆਂ, ਇਹ ਉਹ ਕਿਉਂ, ਇਹ ਬਿਲਕੁਲ ਜਿਵੇਂ ਨਿਆਣੇ ਪੜ੍ਹਦੇ ਆ ਨਾ ਸਕੂਲ 'ਚ, ਜੇ ਉਹਨਾਂ ਨੂੰ ਕਹਿ ਦਿਓ ਪੜ੍ਹਾਈ ਕਰ ਲਓ, ਉਬਾਸੀਆਂ ਲੈਣ ਲੱਗ ਜਾਣਗੇ, ਮੇਰਾ ਸਿਰ ਦੁਖਦਾ, ਮੇਰਾ ਪੇਟ ਦਰਦ ਹੁੰਦਾ, TV ਲਾਏ ਬਿਨਾਂ ਪੜ੍ਹਾਈ ਨਹੀਂ ਹੁੰਦੀ ਮੈਥੋਂ। ਤੇ ਜੇ ਕੋਈ ਅੱਛਾ ਗੇਮ ਲਾ ਲਾ, ਫਿਰ ਕੋਈ ਸਿਰ ਨਹੀਂ ਦੁਖਦਾ ਉਹਦਾ। ਇਸੇ ਤਰ੍ਹਾਂ ਇਹ ਮਨ ਦੀ ਸ਼ੈਤਾਨੀ ਹੈ। ਅਸਲ ਵਿੱਚ ਅੰਦਰ ਜਿਹੜਾ ਮਨ ਹੈ ਉਹ ਸ਼ੈਤਾਨ ਹੈ। ਮਨ ਚੰਗਾ ਕੰਮ ਕਰਕੇ ਕਦੇ ਰਾਜੀ ਨਹੀਂ, ਮਾੜਾ ਕੰਮ ਕਰਕੇ ਮਨ ਹਮੇਸ਼ਾ ਖੁਸ਼ ਰਹਿੰਦਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਹੁਣ ਇਹਨੂੰ ਸੰਗਤ ਦੇ ਵਿੱਚ ਲਿਆ ਕੇ ਦਲੀਲਾਂ ਦੇ ਕੇ ਸਮਝਾਇਆ ਜਾਂਦਾ ਮਨ ਨੂੰ ਵੀ ਤੂੰ ਕਰ ਕੀ ਰਿਹਾ ਮਨਾ, ਕਿਹੜੇ ਬੀਜ ਬੀਜਦਾ, ਪਾਪਾਂ ਵਾਲੇ ਕਿਆਰੇ ਕਿਉਂ ਬੀਜੀ ਜਾਂਦਾ, ਜਦੋਂ ਵੱਢਣੇ ਪਏ ਫਿਰ ਕਿੰਨੇ ਔਖੇ ਆਪਾਂ ਨੂੰ। ਇਸ ਤਰ੍ਹਾਂ ਜਦੋਂ ਬੰਦਾ ਉਗਤੀਆਂ ਜੁਗਤੀਆਂ ਦਲੀਲਾਂ ਦੇ ਕੇ ਮਨ ਨੂੰ ਸਤਸੰਗਤ ਦੇ ਘਾਟ ਤੇ ਲਿਆ ਕੇ ਨਿਸ਼ਚੇ ਰੂਪ ਪੱਟੇ ਤੇ ਰੱਖ ਕੇ ਨਾਮ ਦਾ ਸਾਬਣ ਲਾ ਕੇ ਪ੍ਰੇਮ ਦਾ ਪਾਣੀ ਪਾ ਕੇ ਉਗਤੀਆਂ ਜੁਗਤੀਆਂ ਦੀਆਂ ਮੁੱਕੀਆਂ ਮਾਰ ਮਾਰ ਕੇ ਮਨ ਨੂੰ ਸੈੱਟ ਕਰਦਾ। ਮਨ ਨੂੰ ਬਹੁਤ ਖਿੱਚ ਖਿੱਚ ਕੇ ਸਮਝਾਉਣਾ ਪੈਂਦਾ।